ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਤ ਸੰਗਤ ਸਮੇਂ ਸਮੇਂ ਅਨੁਸਾਰ ਆਪ ਜੀ ਦੇ ਸਨਮੁਖ ਜਿੱਥੇ ਅਲੱਗ-ਅਲੱਗ ਪ੍ਰੋਗਰਾਮ ਇਸ ਚੈਨਲ ਦੇ ਮਾਧਿਅਮ ਦੁਆਰਾ ਆਪ ਜੀ ਦੇਖਦੇ ਹੋ, ਉੱਥੇ ਹੀ ਜਿੱਥੇ-ਜਿੱਥੇ ਵੀ ਸਾਨੂੰ ਕੋਈ ਸ਼ਖਸੀਅਤ ਮਿਲਦੀ ਹੈ, ਜਿਸ ਸ਼ਖਸੀਅਤ ਦੀ ਸੰਸਾਰ ਦੇ ਵਿੱਚੋਂ ਕੋਈ ਹਟ ਕੇ ਇੱਕ ਪਹਿਚਾਣ ਹੋਵੇ, ਜਿਸ ਦਾ ਕੋਈ ਰੁਝਾਨ ਕਿਸੇ ਇੱਕ ਪਾਸੇ ਹੋਵੇ ਔਰ ਉਹਦਾ ਰੁਝਾਨ ਜਿਹੜਾ ਦੁਨੀਆ ਨੂੰ ਆਪਣੇ ਪਾਸੇ ਖਿੱਚਦਾ ਹੋਵੇ, ਅਸੀਂ ਕੋਸ਼ਿਸ਼ ਕਰਦੇ ਹਾਂ ਇਹੋ ਜਿਹੀ ਸ਼ਖਸੀਅਤ ਦੇ ਕੋਲ ਪਹੁੰਚੀਏ ਔਰ ਜੋ ਵੀ ਉਹਨਾਂ ਦੇ ਕੋਲ ਇਹੋ ਜਿਹੀ ਕੋਈ ਚੀਜ਼ ਮਿਲਦੀ ਹੈ ਜਿਹੜੀ ਆਉਣ ਵਾਲੇ ਸਮੇਂ 'ਤੇ ਲੰਬੇ ਸਮੇਂ ਵਾਸਤੇ ਜਿਹੜੀ ਆਪਣੀ ਇੱਕ ਛਾਪ ਛੱਡਦੀ ਹੋਵੇ, ਅਸੀਂ ਉਹਨੂੰ ਕਵਰ ਕਰਦੇ ਹਾਂ। ਸੋ ਅੱਜ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਜੰਮੂ ਕਸ਼ਮੀਰ ਦੀ ਧਰਤੀ ਦੇ ਵਿੱਚ ਇੱਕ ਇਹੋ ਜਿਹੀ ਸ਼ਖਸੀਅਤ ਵੀ ਹੈ ਜਿਨ੍ਹਾਂ ਦਾ ਇੱਕ ਅਜੀਬੋ ਗਰੀਬ ਸ਼ੌਂਕ ਹੈ। ਉਂਝ ਤਾਂ ਸ਼ੌਂਕ ਦੁਨੀਆ ਦੇ ਵਿੱਚ ਸਤ ਸੰਗਤ ਹਰ ਇੱਕ ਆਦਮੀ ਦਾ ਹੈ ਕਿ ਉਹਦੇ ਕੋਲ ਬਹੁਤ ਜ਼ਿਆਦਾ ਧਨ ਹੋਵੇ, ਉਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ, ਪਰ ਧਨ ਦਾ ਸ਼ੌਂਕ ਜਿਹੜਾ ਤੁਸੀਂ ਦੇਖੋ, ਜਿਉਂ-ਜਿਉਂ ਨਵਾਂ ਧਨ ਆਪਣਾ ਰੂਪ ਚੇਂਜ ਕਰਦਾ ਹੈ, ਬੰਦੇ ਦਾ ਸ਼ੌਂਕ ਵੀ ਚੇਂਜ ਹੋ ਜਾਂਦਾ ਹੈ। ਪਰ ਉਸ ਪੁਰਾਣੇ ਧਨ ਨੂੰ ਸਾਂਭ ਕੇ ਰੱਖਣਾ, ਉਸ ਪੁਰਾਣੇ ਧਨ ਨੂੰ ਇੱਕ ਯਾਦਗਾਰੀ ਰੂਪ ਦੇ ਵਿੱਚ ਰੱਖਣਾ, ਸ਼ਾਇਦ ਬਹੁਤ ਘੱਟ ਆਦਮੀ ਜਿਨ੍ਹਾਂ ਦਾ ਇਹ ਸ਼ੌਂਕ ਹੋਵੇਗਾ। ਸਾਡਿਆਂ ਪਰਸਾਂ ਦੇ ਵਿੱਚ ਕੋਈ ਇੱਕ ਜਾਂ ਦੋ ਇਹੋ ਜਿਹੀ ਪੁਰਾਣੀ ਯਾਦਗਾਰੀ ਤੁਹਾਨੂੰ ਰੁਪਏ ਪੈਸੇ ਮਿਲ ਜਾਣਗੇ, ਪਰ ਅੱਜ ਜਿਨ੍ਹਾਂ ਸ਼ਖਸੀਅਤ ਦੇ ਨਾਲ ਆਪ ਜੀ ਨੂੰ ਰੂਬਰੂ ਕਰਾਉਂਦੇ ਆ, ਇਹਨਾਂ ਕੋਲ ਇੱਕ ਦਿਨ ਨਹੀਂ ਸੈਂਕੜੇ ਹੀ ਇਹੋ ਜਿਹਾ ਪੁਰਾਣਾ ਜਿਹੜਾ ਧਨ, ਮੈਂ ਕਹਿੰਦਾ ਕਿ ਜਿਹਦੀ ਕੀਮਤ ਸ਼ਾਇਦ ਅਸੀਂ ਦੱਸ ਵੀ ਨਾ ਸਕੀਏ, ਉਹ ਉਹਨਾਂ ਦੇ ਪਾਸ ਜਿਹੜਾ ਇੱਕ ਯਾਦਗਾਰੀ ਰੂਪ ਦੇ ਵਿੱਚ ਮੌਜੂਦ ਹੈ। ਉਹ ਇਸ ਸੰਬੰਧ ਦੇ ਵਿੱਚ ਆਓ ਆਪ ਜੀ ਨੂੰ ਅਸੀਂ ਉਸ ਸ਼ਖਸੀਅਤ ਨਾਲ ਰੂਬਰੂ ਕਰਾਉਂਦੇ ਹਾਂ ਔਰ ਉਹਨਾਂ ਨਾਲ ਵਿਚਾਰ ਕਰਦੇ ਹਾਂ ਉਹਨਾਂ ਨੂੰ ਇਹ ਸ਼ੌਂਕ ਕਿੱਥੋਂ ਪਿਆ ਔਰ ਅੱਜ ਇਹਨਾਂ ਦੇ ਕੋਲ ਕਿਹੜਾ ਧਨ ਜਿਹੜਾ ਮੌਜੂਦ ਹੈ। ਸੋ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਸਾਹਿਬ ਭਾਈ ਹਰਮੀਤ ਸਿੰਘ ਜੀ, ਜਿਹੜੇ ਕਿ ਬਹੁਤ ਹੀ ਵਿਦਵਾਨ ਖੋਜੀ ਸਿੱਖ ਪੰਥ ਦੇ, ਅੱਜ ਸਾਡੇ ਕੋਲ ਪੁੱਜੇ ਹਨ। ਆਪਣਾ ਚੈਨਲ ਰਾਹੀਂ ਮੇਰੇ 'ਤੇ ਇੰਟਰਵਿਊ ਕਰਨ ਵਾਸਤੇ ਪਹੁੰਚੇ ਹਨ। ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਕਰਦਾ ਹਾਂ, ਧੰਨਵਾਦ ਕਰਦਾ ਹਾਂ। ਮੈਂ ਹਰਭਜਨ ਸਿੰਘ ਜੰਮੂ ਦਾ ਰਹਿਣ ਵਾਲਾ ਹਾਂ। ਇਹ ਜਿਹੜਾ ਕਲੈਕਸ਼ਨ ਕੀਤੀ ਹੈ ਪੁਰਾਣੇ ਨੋਟਾਂ ਦੀ, ਪੁਰਾਣੇ ਸਿੱਕਿਆਂ ਦੀ, ਇਹ ਮੈਨੂੰ ਤਕਰੀਬਨ 12-13 ਸਾਲ ਦੀ ਉਮਰ ਸੀ, ਮੈਨੂੰ ਸ਼ੌਂਕ ਪਿਆ। ਸ਼ੌਂਕ ਇਸ ਤਰ੍ਹਾਂ ਪਿਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਚਾਂਦੀ ਦਾ ਸਿੱਕਾ, ਜਿਹੜਾ ਕਿ 1835 ਲਾਰਡ ਵਿਲੀਅਮ ਦਾ ਬਣਾਇਆ ਹੋਇਆ ਸੀ, ਜੋ ਕਿ ਆਮ ਵਿਆਹਾਂ ਸ਼ਾਦੀਆਂ ਦੇ ਵਿੱਚ ਭਾਈਚਾਰੇ ਜਦੋਂ ਵਿਆਹ ਹੁੰਦਾ ਸੀ ਤਾਂ ਇੱਕ ਚਾਂਦੀ ਦਾ ਸਿੱਕਾ ਥਾਲੀ ਵਿੱਚ ਰੱਖ ਕੇ ਅਤੇ ਭਾਈਚਾਰੇ ਕੋਲੋਂ ਆਪਣਾ ਕੀ ਆਖਦੇ ਨੇ, ਕੰਗਣ ਗਾਣਾ ਖੇਡਦੇ ਕੰਗਣ ਗਾਣਾ ਖੇਡਦੇ ਸਨ ਅਤੇ ਨੇਂਦਰਾ ਇਕੱਠਾ ਕਰਦੇ ਸੀ। ਪਿਤਾ ਜੀ ਨੇ ਕਿਹਾ, ਲੈ ਬੇਟਾ, ਇਹ ਸਿੱਕਾ 50 ਸਾਲਾਂ ਤੋਂ ਮੇਰੇ ਕੋਲ ਪਿਆ ਹੋਇਆ ਹੈ। ਮੇਰੇ ਪਿਤਾ ਜੀ ਨੇ ਵੀ ਇਸੇ ਨਾਲ ਸ਼ਾਦੀ ਕੀਤੀ ਹੈ, ਕੰਗਣਾ ਖੇਡਿਆ ਹੈ, ਮੈਂ ਵੀ ਖੇਡਿਆ, ਅਤੇ ਇਹ ਸੰਭਾਲ ਕੇ ਰੱਖ ਲੈਣੀ। ਉਸ ਤੋਂ ਬਾਅਦ ਮੈਨੂੰ ਇਹ ਸ਼ੌਂਕ ਪੈ ਗਿਆ ਸੀ। ਫਿਰ ਤੁਸੀਂ ਗੱਲ ਸੁਣੋ, ਉਹ ਉਸ ਤੋਂ ਬਾਅਦ ਚਲੋ ਤੇ ਪਿਤਾ ਜੀ ਨੇ ਦਿੱਤਾ, ਪਰ ਇਸ ਵਕਤ ਜਿਹੜਾ ਤੁਹਾਡੇ ਕੋਲ ਸਰਮਾਇਆ, ਮੈਂ ਦੇਖ ਕੇ ਹੈਰਾਨ ਹਾਂ ਵੀ ਜੋ ਉਹਦੀ ਕੀਮਤ ਵੀ ਬਹੁਤ ਹੈ। ਇਹ ਤੁਸੀਂ ਕਿਸ ਤਰ੍ਹਾਂ ਕਲੈਕਟ ਕੀਤਾ ਭਲਾ, ਕਿੱਥੋਂ ਮਿਲਦਾ? ਇਹ ਜਿੱਥੋਂ ਕੋਈ ਮਿਲਦਾ ਰਿਹਾ, ਮੈਂ ਕੋਸ਼ਿਸ਼ ਕਰਕੇ ਲੈ ਕੇ ਆਉਂਦਾ ਰਿਹਾ ਸੀ। ਮਤਲਬ ਐਗਜ਼ਾਮਪਲ ਤੌਰ 'ਤੇ ਜਿਸ ਤਰ੍ਹਾਂ ਮੰਨ ਲਓ ਵੀ ਕੋਈ 1 ਰੁਪਇਆ ਗੱਲ ਕਰਦੇ ਹਾਂ, ਅਗਰ 1 ਰੁਪਇਆ ਤੁਸੀਂ ਲੈਣਾ, ਇਹ ਤੁਹਾਨੂੰ 21 ਰੁਪਏ 'ਚ ਮਿਲਦਾ ਜਾਂ ਨਹੀਂ? ਜੀ ਨਹੀਂ। ਹਾਂਜੀ, ਜਿਸ ਤਰ੍ਹਾਂ ਕਿ ਇੱਕ ਪੁਰਾਣਾ ਸਿੱਕਾ ਹੈ, ਇਹ ਸਿੱਕਾ ਇੱਕ ਮੋਰੀ ਵਾਲਾ ਪੈਸਾ ਹੈ, ਜਿਸ ਨੂੰ ਮੋਰੀ ਵਾਲਾ ਪੈਸਾ ਕਹਿੰਦੇ ਸੀ, ਅੰਗਰੇਜ਼ਾਂ ਦੇ ਵੇਲੇ ਚੱਲਦਾ ਸੀ। ਇਹ ਤਕਰੀਬਨ 20 ਰੁਪਏ ਦਾ ਸਿੱਕਾ ਹੈ, ਇਸ ਲਈ ਇਹਦੀ ਕਾਸਟ 20 ਜਾਂ 25 ਰੁਪਏ ਦੇ ਕਰੀਬ ਇਸਦੀ ਇਸ ਵਕਤ ਇਹਦੀ ਕੀਮਤ ਹੈ। ਅੱਛਾ, ਇਹ ਪੈਸੇ ਦੇ ਕੇ ਮੈਂ ਖਰੀਦਦਾ ਰਿਹਾ, ਜੋ ਵੀ ਜਿੱਥੋਂ ਮੈਨੂੰ ਮਿਲਦਾ ਰਿਹਾ ਤੁਸੀਂ ਉੱਥੋਂ ਮੈਂ ਲੈ ਕੇ ਆਉਂਦਾ ਰਿਹਾ। ਅੱਛਾ ਭਾਈ ਸਾਹਿਬ, ਬਾ ਕਮਾਲ ਤੁਹਾਡਾ ਸ਼ੌਂਕ। ਅੱਜ ਤੁਹਾਡੇ ਕੋਲ ਇੰਨਾ ਵੱਡਾ ਸਾਰਾ ਜਿਹੜਾ ਤੁਸੀਂ ਇਹ ਧਨ ਦੇ ਮਾਲਕ ਹੋ। ਹੁਣ ਤੁਸੀਂ ਇੱਕ ਇੱਦਾਂ ਕਰਨਾ ਕਿ ਬਈ ਸਭ ਤੋਂ ਪਹਿਲਾਂ ਸਾਨੂੰ ਇੰਡੀਅਨ ਜਿਹੜੀ ਕਰੰਸੀ ਹੈ ਉਹਦੀ ਸ਼ੁਰੂਆਤ ਜਿਹੜੀ ਹੋਈ, ਤੁਸੀਂ ਇੱਕ ਇੱਕ ਕਰਕੇ ਦੱਸਣੀ ਵੀ ਉਹ ਕਰੰਸੀ ਦੀ ਸ਼ੁਰੂਆਤ ਕਿਸ ਤਰ੍ਹਾਂ ਕਿੱਦਾਂ ਹੋਈ, ਅਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰਿਆਂ ਦੇ ਨਾਮ ਨਾਲ ਦੱਸਣੇ ਨੇ, ਅਤੇ ਨਾਲ ਜਿਹੜੇ ਨੇ ਸਾਰਾ ਇਹ ਅਸੀਂ ਕਵਰ ਜਿਹੜਾ ਇਹਨੂੰ ਕਰੀ ਜਾਵਾਂਗੇ। ਕਿਹੜਾ ਇੰਡੀਆ ਕਰੰਸੀ ਤੋਂ ਸ਼ੁਰੂ ਕਰਦੇ ਹੋ ਤੁਸੀਂ? ਇੰਡੀਆ ਤੋਂ ਇਹ ਕੋਡੀਆਂ ਜੀ, ਕੋਡੀਆਂ, ਠੀਕ ਹੈ, ਕੋਡੀ ਹੋ ਗਈ। ਕੋਡੀਆਂ ਤੋਂ ਬਾਅਦ ਦਮੜੀ ਅਲੱਗ-ਅਲੱਗ ਮੁਗਲ ਬਾਦਸ਼ਾਹਾਂ ਦੀ ਦਮੜੀ ਤੋਂ ਬਾਅਦ ਜੀ ਪਾਈ, ਜਿਹੜੀ 1 ਪੈਸੇ ਦੀ 3 ਪਾਈਆਂ ਹੁੰਦੀਆਂ ਸਨ। ਠੀਕ।
ਪਾਈ ਤੋਂ ਬਾਅਦ ਜੀ ਧੇਲਾ, ਇੱਕ ਪੈਸੇ ਦੇ ਦੋ ਧੇਲੇ ਹੁੰਦੇ ਸੀ, ਦੋ ਧੇਲੇ ਰਲਾ ਕੇ ਇੱਕ ਪੈਸਾ ਬਣਦਾ ਸੀ। ਉਸ ਤੋਂ ਬਾਅਦ ਇਹ ਮੋਰੀ ਵਾਲਾ ਪੈਸਾ, ਇਹ ਕਿਹੜੀ ਬਾਦਸ਼ਾਹ ਨੇ ਚਲਾਇਆ? ਇਹ ਜਾਰਜ 6ਵਾਂ ਬਾਦਸ਼ਾਹ ਕਿੰਗ, ਕਿੰਗ ਅੱਛਾ, ਹਾਂ, ਇੰਗਲੈਂਡ ਦੇ। ਇੰਗਲੈਂਡ ਦੇ ਵਿੱਚ। ਠੀਕ। ਇਹ ਘੋੜੇ ਵਾਲਾ ਪੈਸਾ ਜੀ, ਇਹ ਕਿਹੜੀ ਬਾਦਸ਼ਾਹ ਦਾ ਚਲਿਆ? 1952 ਦਾ ਹੈ ਜੀ। ਉੱਨੀ ਸੌ 1953। ਹਾਂ, 1953 ਦਾ ਜੀ। ਠੀਕ। ਇਹ ਇੱਕ ਪੈਸਾ ਜੀ, ਵੱਡਾ ਪੈਸਾ ਹੈ, ਜਿਹੜਾ ਤਾਂਬੇ ਦਾ ਪੈਸਾ ਹੈ। ਠੀਕ ਹੈ। ਜਾਰਜ ਕਿੰਗ, ਜਾਰਜ ਕਿੰਗ। 6ਵਾਂ ਕਿੰਗ, ਇੰਗਲੈਂਡ ਦਾ 6ਵਾਂ ਬਾਦਸ਼ਾਹ ਜਾਰਜ ਕਿੰਗ। ਇਹ ਇੰਡੀਆ ਵਿੱਚ ਚਲਾ ਜਾਂ ਪੈਸਾ ਬਾਹਰ? ਇੰਡੀਆ ਵਿੱਚ, ਅੰਗਰੇਜ਼ਾਂ ਵੇਲੇ ਚਲੇ। ਜਿੰਨੀ ਦੇਰ ਤੱਕ ਯਾਨੀ ਇਹ ਸਮਝ ਲਓ ਇੰਡੀਆ 1947 ਵਿੱਚ ਆਜ਼ਾਦ ਹੋਇਆ, ਅੱਛਾ, ਇਹ ਪੈਸਾ ਯਾਨੀ 62 63 64 ਤੱਕ ਇਹ 'ਚ ਪੈਸੇ ਚੱਲਦੇ ਰਹੇ। ਫਾਰਨ ਦਾ ਪੈਸਾ ਚੱਲਦਾ ਰਿਹਾ ਇੰਡੀਆ ਹਾਂ, ਵਿੱਚ। ਅੰਗਰੇਜ਼ਾਂ ਵੇਲੇ ਦੇ ਪੈਸੇ ਚੱਲਦੇ ਰਹੇ ਜੀ। ਠੀਕ। ਇਹ ਜਾਰਜ ਪੰਚਮ ਦਾ ਪੈਸਾ ਜੀ, ਤਾਂਬੇ ਦਾ ਪੈਸਾ ਇੱਕ, ਜਾਰਜ ਪੰਚਮ ਦਾ। ਇਹ ਕਿੰਨੀ ਦੇਰ ਤੱਕ ਚਲਾ ਇੰਡੀਆ ਵਿੱਚ? ਇਹ ਵੀ ਇੰਡੀਆ ਦਾ ਜਿਹੜੀ ਸਮਝ ਲਓ 60 65 ਤੱਕ ਨਹੀਂ ਚੱਲਦੇ ਰਹੇ ਪੈਸਾ ਚੱਲਦੇ ਰਹੇ। ਪੈਸੇ ਚੱਲਦੇ ਰਹੇ। 47 ਤੋਂ ਬਾਅਦ ਇਹ ਸਾਰੀ ਕਰੰਸੀ ਜਿਹੜੀ ਹੈ ਸਭ ਅੰਗਰੇਜ਼ਾਂ ਵੇਲੇ ਦੀ ਬਣੀ ਹੋਈ ਹੈ ਜੀ। ਠੀਕ। ਇਹ ਟਕਾ ਜੀ, ਜਿਸ ਨੂੰ ਟਕਾ ਕਹਿੰਦੇ ਸੀ, ਤੂੰ ਟਕੇ ਦਾ ਬੰਦਾ ਵੀ ਨਹੀਂ ਹੈ। ਠੀਕ। ਟਕਾ ਇਹ ਨਹੀਂ ਸਮਝ ਲਓ, ਦੋ ਪੈਸੇ ਰਲਾ ਕੇ ਤੇ ਇੱਕ ਟਕਾ ਬਣਦਾ ਸੀ। ਠੀਕ। ਆਨੇ ਦੇ ਦੋ ਟਕੇ ਹੁੰਦੇ ਸੀ। ਇਹ ਇੱਕ ਆਨਾ, 4 ਪੈਸੇ ਦਾ ਇੱਕ ਆਨਾ ਸੀ। ਇਹ ਪਿੱਤਲ ਦਾ ਬਣਿਆ ਹੋਇਆ ਸੀ ਕਿ 16 ਆਨੇ ਰਲਾ ਕੇ ਤੇ 1 ਰੁਪਇਆ ਬਣਦਾ ਸੀ ਜੀ ਇਸ ਦਾ। ਇਹ 2 ਆਨੇ ਜੀ, ਜਿਸ ਨੂੰ ਕਿ ਦੁਆਨੀ ਕਿਹਾ ਜਾਂਦਾ ਸੀ। 2 ਆਨੇ ਯਾਨੀ 2 ਆਨੇ ਰਲਾ ਕੇ ਤੇ 2 ਆਨੇ ਬਣਦੇ ਸੀ, ਦੁਆਨੀ ਕਿਹਾ ਜਾਂਦਾ ਸੀ, ਜਿਸ ਦੇ ਕਿ 8 ਪੈਸੇ ਹੁੰਦੇ ਸੀ। ਠੀਕ। ਚਲੋ ਅੱਗੇ। ਇਹ ਦੁਆਨੀ ਦੂਸਰੀ ਹੈ ਜੀ, ਗਿਲਡ ਦੀ। ਇਹ ਵੀ 2 ਆਨੇ ਨੇ ਜੀ। ਇਹ 4 ਆਨੇ ਜੀ, ਚਵਾਨੀ ਜਿਸ ਨੂੰ ਕਿਹਾ ਜਾਂਦੀ, ਜਿਹਦੇ ਉੱਤੇ ਇੱਕ ਸਾਈਡ ਦੀ ਸ਼ੇਰ ਦੀ ਮੋਹਰ ਬਣੀ ਹੋਈ ਹੈ ਜੀ। ਠੀਕ। ਕਿੰਗ ਬਾਦਸ਼ਾਹ 6ਵਾਂ ਬਾਦਸ਼ਾਹ ਜੀ। ਇਹ ਚਵਾਨੀ ਹੈ ਜੀ, ਉਹ ਚਵਾਨੀ ਦੂਸਰੀ ਸੀ। ਇਹ ਚਵਾਨੀ ਯਾਨੀ 4 ਨੁਕਰਾਂ ਵਾਲੀ, ਯਾਨੀ ਜਾਰਜ ਪੰਚਮ ਦੀ 4 ਆਨੇ ਨੇ, ਜਿਹੜੇ ਕਿ ਯਾਨੀ ਇਹ ਵੀ ਅੰਗਰੇਜ਼ਾਂ ਟਾਈਮ ਦਾ ਹੀ ਚੱਲਦਾ ਰਿਹਾ। ਇਹ ਵੀ ਅੰਗਰੇਜ਼ਾਂ ਵੇਲੇ ਦੇ ਚੱਲਦੇ ਰਹੇ। ਠੀਕ। ਇਹ 1/2 ਰੁਪਈਆ, ਜਿਹੜਾ ਕਿ ਜਿਸ ਨੂੰ ਅਸੀਂ ਅਠਾਨੀ ਕਹਿੰਦੇ ਸੀ। 8 ਆਨੇ ਨੇ, 8 ਆਨੇ ਦਾ ਇੰਨੇ ਰੁਪਏ ਦਾ ਅੱਧਾ ਰੁਪਇਆ ਹੈ। 2 ਅਠਾਨੀ ਰਲਾ ਕੇ ਤੇ 1 ਰੁਪਇਆ ਬਣਦਾ ਸੀ। ਇਹ 1 ਰੁਪਇਆ ਜੀ 1947 ਦਾ ਜੀ। ਇਹ ਵੀ ਬਾਦਸ਼ਾਹ ਜਿਹੜੇ ਕਿੰਗ ਬਾਦਸ਼ਾਹ 6ਵਾਂ ਬਾਦਸ਼ਾਹ ਜਿਹੜਾ ਕਿੰਗ ਸੀ ਜਾਰਜ ਕਿੰਗ, ਉਸੇ ਬਣਾਇਆ। ਉਸ ਦਾ ਬਣਿਆ ਹੋਇਆ ਸੀ 1947 ਦਾ ਜੀ। ਠੀਕ ਹੈ। ਇਹ ਐਡਵਰਡ ਦਾ 1 ਰੁਪਇਆ ਜੀ 1909 ਦਾ, ਜਿਹੜਾ ਕਿ ਚਾਂਦੀ ਦਾ ਰੁਪਇਆ ਹੁੰਦਾ ਸੀ। ਐਡਵਰਡ ਦਾ 1 ਰੁਪਇਆ 'ਚ ਬਣਦਾ ਰਿਹਾ ਜੀ। ਚਾਂਦੀ ਦਾ ਰੁਪਇਆ ਹੀ ਸੀ। ਇਸ ਤੋਂ ਬਾਅਦ ਇਹ ਚਾਂਦੀ ਦਾ ਰੁਪਈਆ ਮਲਕਾ ਵਿਕਟੋਰੀਆ ਦਾ 1862 ਦਾ ਚਾਂਦੀ ਦਾ ਰੁਪਈਆ ਸਿਲਵਰ ਕਾਇਨ। ਇਹ 1962 ਦਾ ਹੈ, 1862 ਦਾ ਸਿਲਵਰ ਕਾਇਨ। ਅੱਗੇ ਚਲੋ। ਇਹ ਕਰੰਸੀ ਆ ਗਈ। ਉਸ ਤੋਂ ਬਾਅਦ ਇਹ ਕਰੰਸੀ ਅੰਗਰੇਜ਼ਾਂ ਵੇਲੇ ਚੱਲਦੀ ਰਹੀ। ਠੀਕ। 1956-57 ਦੇ ਕਰੀਬ ਫਿਰ ਇੰਡੀਆ ਨੇ ਇਹ ਪੁਰਾਣੀ ਕਰੰਸੀ ਜਿਹੜੀ ਸੀ ਅੰਗਰੇਜ਼ਾਂ ਵੇਲੇ ਦੀ, ਉਸ ਕਰੰਸੀ ਨੂੰ ਬੰਦ ਕਰ ਦਿੱਤਾ ਅਤੇ ਆਪਣੀ ਨਵੀਂ ਕਰੰਸੀ ਇਹਨਾਂ ਨੇ ਚਾਲੂ ਸ਼ੁਰੂ ਕਰ ਦਿੱਤੀ।
ਇਹ ਇੱਕ ਪੈਸਾ ਹੈ ਜੀ। ਸ਼ੁਰੂ 'ਚ ਇੱਕ ਪੈਸਾ ਚਲਾਇਆ ਗਿਆ ਜਿਹੜਾ ਕਿ ਤਾਂਬੇ ਦਾ ਬਣਿਆ ਹੋਇਆ ਸੀ, ਇੰਡੀਆ ਦਾ ਇੱਕ ਪੈਸਾ। ਇਹ ਸਿਲਵਰ ਦਾ ਇੱਕ ਪੈਸਾ ਜੀ। ਇਹ 2 ਪੈਸੇ ਜਿਸ ਨੂੰ ਦੁੱਕੀ ਕਿਹਾ ਜਾਂਦਾ ਸੀ। ਇਹ 3 ਪੈਸੇ ਦੁੱਕੀ, ਤਿੱਕੀ, ਪੰਜੀ, ਪੰਜੀ, ਤਿਰਕੀ। ਤਰੱਕੀ। ਇਹ 10 ਪੈਸੇ ਜੀ। ਦੱਸੀ ਦੱਸੀ ਜਿਸ ਨੂੰ ਦੱਸੀ ਕਿਹਾ ਜਾਂਦਾ ਸੀ। ਇਹ ਪਿੱਤਲ ਦੀ, ਉਸ ਤੋਂ ਬਾਅਦ ਪਹਿਲਾਂ ਸਿਲਵਰ ਦੀ ਚਲਾਈ ਦੱਸੀ, ਫਿਰ ਪਿੱਤਲ ਦੀ ਦੱਸੀ ਚਲਾਈ ਗਈ ਜਿਹੜੀ ਕਿ 1969 ਦੀ। ਅੱਛਾ, ਇਹ ਵੀ 50 ਸਾਲ ਪੁਰਾਣੀ ਹੈ। ਹਾਂਜੀ, ਇਹ 1000 ਰੁਪਈਆ ਹੋ ਗਿਆ ਚਾਂਦੀ ਦਾ। ਇਹ 20 ਪੈਸੇ ਜੀ ਸਿਲਵਰ ਦੇ, ਇੰਡੀਆ ਦੀ ਜਿਹੜੀ ਕਰੰਸੀ ਬਾਅਦ ਵਿੱਚ ਚਲਾਈ ਗਈ ਹੈ। ਇਹ 20 ਪੈਸੇ ਜੀ। ਇੱਕ ਰੁਪਈਆ ਜੀ, ਗਿਲਡ ਦਾ 1 ਰੁਪਈਆ ਜਿਹੜਾ ਕਿ 1981 ਦਾ ਹੈ, ਇੰਡੀਆ ਦੀ ਕਰੰਸੀ ਹੈ ਜੀ। ਇਹਦੇ ਦੱਸਣ ਦੀ ਲੋੜ ਹੈ। 2 ਰੁਪਏ 2 ਰੁਪਏ। ਇੰਡੀਆ ਦੇ 2 ਰੁਪਏ। ਇਹ 2 ਰੁਪਏ। ਇੰਡੀਆ ਦੇ 2 ਰੁਪਏ। ਅੱਛਾ, ਆਹ ਜਿਹੜੀ ਪੈਕਨ ਭਾਈ ਸਾਹਿਬ ਇਹ ਹਾਂਜੀ, ਇਹ ਚਵਾਨੀ ਜੀ, ਜਿਹੜੇ ਕਿ 4 ਆਨੇ ਅਸੀਂ ਚਵਾਨੀ ਕਹਿੰਦੇ ਸੀ ਪਹਿਲਾਂ। 4 ਆਨੇ ਚਾਂਦੀ ਦੀ ਚਲਦੀ ਸੀ, ਸਿਲਵਰ ਦੀ, ਸਿਲਵਰ ਦੀ ਚਵਾਨੀ। ਇਹ ਸਿਲਵਰ ਦੀ ਅਠਾਨੀ ਜੀ। ਅੱਛਾ, ਪਹਿਲੇ ਇਸ ਹਾਂ, ਪਹਿਲਾਂ ਇਹ ਚੱਲਦੇ ਸਨ। ਇਹ ਕਿਹੜੇ ਸਾਲ ਬਣੀਆਂ? 1940। ਹਾਂ, 1940 ਦੇ ਵਿੱਚ ਜਾਰਜ ਕਿੰਗ ਦੀ ਵੇਲੇ ਚਾਂਦੀ ਦੇ ਪੈਸੇ ਚੱਲਦੇ ਸੀ। ਦੇਖੋ, ਜੋ ਪਹਿਲਾਂ ਹਿੰਦੁਸਤਾਨ ਸੀ, ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਯਾਨੀ ਸਮਝ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ, ਜਿਸ ਦੇ ਪਹਿਲਾਂ ਸੋਨੇ ਦੇ ਪੈਸੇ ਚੱਲਦੇ ਸੀ। ਸੋਨੇ ਤੋਂ ਬਾਅਦ ਫਿਰ ਮੁੜ ਕੇ ਚਾਂਦੀ ਦੇ ਪੈਸੇ ਆ ਗਏ, ਸਿਲਵਰ ਆ ਗਿਆ। ਸਿਲਵਰ ਤੋਂ ਬਾਅਦ ਫਿਰ ਮੁੜ ਕੇ ਤਾਂਬਾ ਆ ਗਿਆ। ਤਾਂਬੇ ਤੋਂ ਬਾਅਦ ਫਿਰ ਮੁੜ ਕੇ ਪਿੱਤਲ ਚੱਲਿਆ। ਲੋਹਾ। ਪਿੱਤਲ ਤੋਂ ਬਾਅਦ ਫਿਰ ਮੁੜ ਕੇ ਗਿਲਡ ਚੱਲਿਆ, ਜਿਸ ਨੂੰ ਲੋਹਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਫਿਰ ਮੁੜ ਕੇ ਸਿਲਵਰ ਦੇ ਪੈਸੇ ਚੱਲਣੇ ਸ਼ੁਰੂ ਹੋ ਗਏ। ਇਤਨੀ ਸਾਡੀ ਕਰੰਸੀ ਜਿਹੜੀ ਹੈ ਹਿੰਦੁਸਤਾਨ ਦੀ ਡਾਊਨ ਹੋ ਗਈ ਹੈ। ਕੀ ਬਾਤ ਹੈ। ਠੀਕ ਹੈ, ਚਲੋ। ਅੱਛਾ, ਇਹ ਇੰਡੀਆ ਦੀ ਖਤਮ ਹੋ ਗਈ ਜੀ। ਇੰਡੀਆ ਦੀ ਖਤਮ ਹੋ ਗਈ ਜੀ। ਠੀਕ ਹੈ। ਆਹ ਉਹ ਜਿਹੜਾ ਸਭ ਤੋਂ ਵੱਡਾ ਉਹ ਕਿਹੜਾ ਜੀ ਹੈ? ਇਹ ਫੜਾਓ ਤੁਸੀਂ। ਇਹ ਈਸਟ ਇੰਡੀਆ ਦਾ 1818 ਦਾ ਹਨੂਮਾਨ ਦੀ ਇੱਕ ਕਰੰਸੀ ਹੈ ਜਿਹੜੀ ਹੈ 1900 ਈਸਟ ਇੰਡੀਆ ਕੰਪਨੀ ਨੇ 1818 1818 ਦਾ ਬਣਾਇਆ ਗਿਆ ਸੀ। ਅਸਲ ਤਾਂ ਵੇਟ ਹੀ ਬੜਾ ਹੈ ਜੀ। ਹਾਂ, ਵੇਟ ਕਾਫੀ ਹੈ ਜੀ। ਇਹਦੇ 10 ਥੈਲੇ ਹੁਣ ਕੋਲ ਤੇ ਚੁੱਕੇ ਹੋ ਕੇ। ਇਹ 786 ਇਹ ਕੋਈ ਇਸਲਾਮ ਧਰਮ ਨਾਲ ਇਸਲਾਮ ਧਰਮ ਨਾਲ ਹੀ ਨਹੀਂ ਇਹ ਸਿੱਕਾ ਹੈ ਵੈਸੇ ਜੀ। ਸੰਬੰਧਿਤ ਹੈ। ਇਹ ਟੀਪੂ ਸੁਲਤਾਨ ਦਾ ਜੀ, ਜਿਸ ਦੇ ਉੱਤੇ ਡੇਟ ਪਾਈ ਗਈ ਹੈ 1616 ਦਾ ਜੀ। ਇਹ ਉਹਦੇ ਜਵਾਨੇ ਦੀ ਕਰੰਸੀ। ਇਹ ਜਹਾਂਗੀਰ ਬਾਦਸ਼ਾਹ ਦਾ, ਜਹਾਂਗੀਰ ਬਾਦਸ਼ਾਹ ਨੂਰੁਲਦੀਨ, ਨੂਰੁਲਦੀਨ। ਜਿਸ ਦਾ ਕਿ ਉਰਦੂ ਦੇ ਵਿੱਚ ਇਸ ਦਾ ਸਨ ਲਿਖਿਆ ਹੋਇਆ ਹੈ 1022। ਵਾਹ। 1022 ਸਨ ਦਾ ਯਾਨੀ ਇਹ ਸਿੱਕਾ ਹੈ। ਇਹ ਪੈਰਿਸ ਦਾ ਜੀ, ਨੈਪੋਲੀਅਨ ਦਾ ਸਿੱਕਾ ਜੀ। ਨੈਪੋਲੀਅਨ ਪੈਰਿਸ ਦਾ ਬਾਦਸ਼ਾਹ ਸੀ, ਉਸ ਵੇਲੇ ਦਾ ਇਹ ਸਿੱਕਾ ਹੈ। ਅੱਛਾ, ਇਹ ਜਿਹੜੇ ਲੈਣ ਵਾਲਾ ਇਹ ਅੱਗੇ ਹੈ। ਹਾਂ, ਅਗਲੀ ਲੈਣੇ ਚਲੋ। ਇਹ ਜੀ ਅਮਰੀਕਾ ਦੇ ਡਾਲਰ। ਇਹ ਕਿੰਨੇ ਡਾਲਰ ਨੇ ਜੀ? $1 ਹੈ ਜੀ, ਅਮਰੀਕਾ ਦਾ। 1799 ਦਾ ਜੀ। ਇਹ ਅਜੇ ਵੀ ਚੱਲਦਾ ਜੀ ਉੱਥੇ? ਨਹੀਂ, ਨਹੀਂ ਅਜੇ ਨਹੀਂ ਜੀ, ਪਹਿਲੇ ਡਾਲਰ ਨੇ, ਪੁਰਾਣੇ ਕੋਈ ਡਾਲਰ। ਕਰੰਸੀ ਵੀ ਨਹੀਂ ਲੈਣੀ ਚੱਲਦੀ ਨਾ। ਹਾਂ ਜੀ, ਉਹ 1 ਰੁਪਏ ਚੱਲਦੇ ਨੇ ਖਾਲੀ। ਹਾਂ, ਉਹ ਚੱਲਦਾ। ਇਹ ਪੁਰਾਣੀ ਕਰੰਸੀ ਹੈ ਜੀ, 1799 ਦਾ ਜੀ। ਇਹ ਚਾਈਨੀ ਦੀ ਇੱਕ ਕਰੰਸੀ ਹੈ ਜੀ।
ਇਹਦਾ ਵੀ ਪਤਾ ਨਹੀਂ ਕੀ ਨਹੀਂ ਡੇਟ ਨਹੀਂ ਡੇਟ ਡੇਟ ਨਹੀਂ ਹੈ ਚਾਈਨਾ ਦੀ ਭਾਸ਼ਾ 'ਚ ਹੀ ਹੈ। ਸਾਰੀ ਉਹ ਹੋਈ ਹੈ। ਅੱਛਾ ਇਹ ਸਾਰੇ ਡਾਲਰ ਇਹ ਸਾਰੇ ਡਾਲਰ ਨੇ। 1949 ਦਾ ਜੀ ਇਹ ਤੁਹਾਡਾ। ਅੱਛਾ ਇਹ 1937 ਦਾ ਵਿਕਟੋਰੀਆ ਦਾ। 1950 ਦਾ। ਇਹ ਤੁਸੀਂ ਇੱਕ ਸਪੈਸ਼ਲ ਸਿੱਕਾ ਕਢਾਇਆ ਸੀ ਅਲੱਗ, ਇਹਦਾ ਕੀ ਰਾਜ ਹੈ? ਇਹ ਸਿੱਕਾ ਜਿਹੜਾ ਜੀ 1795 ਦਾ ਲਿਬਰਟੀ ਦਾ ਸਿੱਕਾ, ਅਮਰੀਕਾ ਦਾ ਪਹਿਲਾ ਸਿੱਕਾ ਹੈ ਜਿਹੜਾ ਯਾਨੀ ਅਮਰੀਕਾ ਦਾ 1795 ਦੇ ਵਿੱਚ ਚਾਲੂ ਕੀਤਾ ਗਿਆ ਸੀ। ਅੱਛਾ ਇਹ ਦੇਖੋ ਜੀ ਇਹ ਕੀ ਹੈ ਜੀ? ਇਹ ਸਿੱਕਾ ਜੀ ਚਾਈਨਾ ਦਾ ਸੀ। ਅੱਛਾ ਚਾਈਨਾ ਦੀ ਕਰੰਸੀ ਹੈ ਜੀ। ਇਹਦੇ ਵਿੱਚ ਵੀ ਸੁਰਾਖ ਹੈ। ਹਾਂ ਇਹਦੇ ਵੀ ਸੁਰਾਖ ਹੈ ਜੀ। ਅੱਛਾ ਇਹ ਆਸਟਰੀਆ ਦਾ। ਵਾਹ ਜੀ ਵਾਹ। ਇਹ ਦੇਖੋ ਜੀ ਕਿਆ ਸਿੱਕੇ ਨੇ। ਹਾਂਜੀ ਇਹ ਇੰਡੀਆ ਦਾ ਜੀ। ਇਹ ਇੰਡੀਆ ਦੇ ਪਾਸੇ 1044 ਦਾ ਹੈ। 1044 ਦਾ। ਅੱਛਾ ਇਹ ਇੰਡੀਆ ਦੀ ਲੈਣਾ ਹੈ। ਹਾਂ ਇੰਡੀਆ ਦੇ ਇੰਡੀਆ 20 ਪੈਸੇ ਇੰਡੀਆ ਦੇ। ਇਹ ਪਹਿਲੇ ਲਾਈ ਨੇ। ਹਾਂ ਇਹ ਇੰਡੀਆ ਦੇ 20 ਪੈਸੇ ਤਾਂਬੇ ਦੇ ਨੇ। ਤਾਂਬੇ ਦੇ ਚੱਲਦੇ ਸੀ। ਅੱਛਾ ਜਿਹੜਾ ਮੋਰੀ ਵਾਲਾ ਪੈਸਾ ਕਿਹਾ ਜਾਂਦਾ ਸੀ ਉਹ ਇਹ ਹੈ। ਹਾਂ ਮੋਹਰੀ ਵਾਲਾ ਪੈਸੇ ਇਹ ਜੀ ਸੀ। ਤੇ ਜਿਹੜਾ 1947 ਵਿੱਚ ਸੀ ਰਾਣੀ ਵਿਕਟੋਰੀਆ ਵਾਲਾ। ਰਾਣੀ ਵਿਕਟੋਰੀਆ। ਹਾਂ ਉਹ ਸਾਹਮਣੇ ਰਾਣੀ ਵਿਕਟੋਰੀਆ ਦਾ ਆ ਗਿਆ। ਇਹ ਕੋਈ ਬਿਲਕੁਲ ਪਲੇਨ ਹੈ ਨਾ, ਇਹਦੇ ਕੋਲ ਸ਼ਾਮ ਇਹ ਕੋਈ ਨਾਨਕਸ਼ਾਹੀ ਸਿੱਕੇ ਤੇ ਨਹੀਂ ਹੈ ਨੇ। ਨਹੀਂ ਨਾਨਕਸ਼ਾਹੀ ਸਿੱਕੇ ਇਹ ਇਹ ਨਾਨਕ ਅੱਛਾ ਦੱਸੋ ਜੀ। ਇਹ ਨਾਨਕਸ਼ਾਹੀ ਸਿੱਕਾ ਜੀ ਜਿਹੜਾ ਕਿ 1723 ਦੇ ਵਿੱਚ ਤਿਆਰ ਕੀਤਾ ਗਿਆ ਹੈ। ਇੱਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੋਟੋ ਹੈ, ਦੂਸਰੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ, ਬਾਲਾ ਮਰਦਾਨਾ, ਉਹਨਾਂ ਦੀਆਂ ਥੱਲੇ ਖੜਾਵਾਂ ਹਨ, ਡੋਲੂ ਰੱਖਿਆ ਹੋਇਆ ਹੈ ਕੋਲ। ਇਹ ਨਾਨਕਸ਼ਾਹੀ ਸਿੱਕਾ ਜਿਹੜਾ ਸਿੱਖ ਰਾਜ ਦਾ ਸਿੱਕਾ ਜੀ। ਮਹਾਰਾਜਾ ਰਣਜੀਤ ਸਿੰਘ ਚਲਾਇਆ। ਮਹਾਰਾਜਾ ਰਣਜੀਤ ਸਿੰਘ ਨਹੀਂ ਪਹਿਲਾਂ ਸੀ। ਪਹਿਲਾ ਅੱਛਾ ਬਾਬਾ ਬੰਦਾ ਸਿੰਘ ਬਹਾਦਰ ਨੇ ਚਲਾਇਆ। ਹਾਂਜੀ ਇਹ ਸਿੱਖ ਰਾਜ ਦਾ ਇੱਕ ਸਿੱਕਾ ਹੈ ਜਿਹੜਾ ਕਿ 6ਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਦੇ ਉੱਤੇ ਬੈਠੇ ਹੋਏ ਨੇ, ਪਿੱਛੇ ਸੇਵਾਦਾਰ ਜਿਹੜਾ ਹੈ ਇਹਨਾਂ ਦੇ ਉੱਤੇ ਚੋਰ ਕਰ ਰਿਹਾ ਹੈ। ਸਿੱਕੇ ਦੇ ਦੂਜੇ ਪਾਸੇ ਜਿਹੜਾ ਹੈ ਮੂਲ ਮੰਤਰ ਲਿਖਿਆ ਗਿਆ, ਜਿਹੜਾ ਮੂਲ ਮੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਵੀ ਟੁੱਬੀ ਮਾਰ ਕੇ ਉਸ ਅਕਾਲ ਪੁਰਖ ਕੋਲ ਗਏ ਸਨ। ਉਹ ਮੂਲ ਮੰਤਰ ਲੈ ਕੇ ਆਇਆ ਸੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਮੂਲ ਮੰਤਰ ਲਿਖਿਆ। ਇਹ ਮੂਲ ਮੰਤਰ ਲਿਖਿਆ। ਇਹ ਸਿੱਖ ਰਾਜ ਦਾ ਸਿੱਕਾ ਇੱਕ ਸੀ 1804 ਦਾ। ਇਹ ਵੀ ਸਿੱਖ ਰਾਜ ਦਾ ਸਿੱਕਾ ਹੈ ਜਿਹਦੇ ਪਾਸੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦੂਸਰੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੱਛਾ ਇਹ ਜਿਹੜਾ ਹਾਂ ਇਹ ਸਿੱਕਾ ਜਿਹੜਾ ਹੈ ਯਾਦਗਾਰੀ ਸਿੱਕਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲ ਜਿਹੜਾ ਕਿ ਪਿਛਲੇ ਸਾਲ ਮਨਾਇਆ ਗਿਆ ਹੈ 2019 ਦੇ ਵਿੱਚ। ਸ਼੍ਰੋਮਣੀ ਕਮੇਟੀ ਵੱਲੋਂ 50 ਗ੍ਰਾਮ ਦਾ ਚਾਂਦੀ ਦਾ ਸਿੱਕਾ ਜਿਹੜਾ ਹੈ ਉਹਨਾਂ ਨੇ ਯਾਦਗਾਰੀ ਸਿੱਕਾ ਚਲਾਇਆ ਹੈ, ਜਿਸ ਦੇ ਇੱਕ ਪਾਸੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਤਸਵੀਰ ਹੈ, ਜਿਹਦੇ ਉੱਤੇ ਲਿਖਿਆ ਹੋਇਆ ਹੈ 1469 ਤੋਂ ਲੈ ਕੇ 2019 ਤੱਕ। ਦੂਸਰੇ ਪਾਸੇ ਸੁਲਤਾਨਪੁਰ ਲੋਧੀ ਸਾਹਿਬ ਗੁਰਦੁਆਰਾ ਸਾਹਿਬ ਦੀ ਫੋਟੋ ਹੈ, ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੱਟੀ ਦੇ ਉੱਤੇ ਹੱਟ ਚਲਾਇਆ ਸੀ, ਸੱਚਾ ਸੌਦਾ ਤੋਲਿਆ ਗਿਆ ਸੀ। ਇਹ ਯਾਦਗਾਰੀ ਸਿੱਕਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲ ਦਾ ਸਿੱਕਾ ਹੈ, ਜਿਹੜਾ ਕਿ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ
ਕਰਨਾਟਕਾ ਦੇ ਵਿੱਚ ਉਸ ਕਮੇਟੀ ਵੱਲੋਂ ਯਾਨੀ ਇਹ ਸਿੱਕਾ ਚਲਾਇਆ ਗਿਆ ਹੈ, ਜਿਹੜਾ ਕਿ 10 ਗ੍ਰਾਮ ਚਾਂਦੀ ਦਾ ਸਿੱਕਾ ਹੈ। ਇਹ ਯਾਦਗਾਰੀ ਸਿੱਕਾ 2016 ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਯਾਦ ਵਿੱਚ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਹ ਯਾਦਗਾਰੀ ਸਿੱਕਾ ਚਲਾਇਆ ਗਿਆ। ਇਹ ਨਾਨਕਸ਼ਾਹੀ ਸਿੱਕਾ ਬੰਦਾ ਸਿੰਘ ਬਹਾਦਰ ਜੀ, ਜਿਹੜੇ ਕਿ ਜਿਨ੍ਹਾਂ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ, ਉਹਨਾਂ ਦਾ 300 ਸਾਲਾ ਸ਼ਹੀਦੀ ਦਿਵਸ ਦੇ ਉੱਤੇ ਦਿੱਲੀ ਕਮੇਟੀ ਵੱਲੋਂ, ਗੁਰਦੁਆਰਾ ਕਮੇਟੀ ਵੱਲੋਂ ਇਹ ਸਿੱਕਾ ਚਲਾਇਆ ਗਿਆ। ਇਹ ਸਿੱਕਾ 10 ਗ੍ਰਾਮ ਚਾਂਦੀ ਦਾ ਹੈ। ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦੀ ਯਾਦਗਾਰੀ ਦੇ ਸੰਬੰਧ ਵਿੱਚ ਹੈ। ਇਹ 100 ਰੁਪਏ ਦੀ ਕਾਇਨ ਹੈ, ਸਿੱਕਾ ਹੈ, ਜਿਹੜਾ ਕਿ 1919 ਤੋਂ ਲੈ ਕੇ 1994 ਤੱਕ ਇੰਡੀਆ ਦੇ ਵਿੱਚ ਡਾਇਮੰਡ ਜੁਬਲੀ ਮਨਾਈ ਗਈ। ਇਹ ਉਸ ਵੇਲੇ ਦਾ ਸਿੱਕਾ ਹੈ, 100 ਰੁਪਏ ਦਾ ਸਿੱਕਾ। ਇਹ 125 ਰੁਪਏ ਦਾ ਸਿੱਕਾ, ਜਿਹੜਾ ਕਿ ਇੰਡੀਆ ਨੇ ਹੁਣ ਲਾਂਚ ਕੀਤਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ 125 ਸਾਲ ਦਾ ਜਨਮ ਦਿਨ ਮਨਾਉਣ ਲਈ 125 ਰੁਪਏ ਦਾ ਸਿੱਕਾ ਜਿਹੜਾ ਹੈ ਚਾਲੂ ਕੀਤਾ ਗਿਆ ਹੈ ਇੰਡੀਆ ਗੌਰਮੈਂਟ ਵੱਲੋਂ। ਇਹ 10 ਰੁਪਏ ਦਾ ਸਿੱਕਾ 1947 ਦੇ ਵਿੱਚ ਹਿੰਦੁਸਤਾਨ ਆਜ਼ਾਦ ਹੋਇਆ। 1972 ਦੇ ਵਿੱਚ 25 ਸਾਲ ਹੋਏ ਸਿਲਵਰ ਜੁਬਲੀ ਦੀ ਯਾਦਗਾਰ ਮਨਾਉਂਦੇ ਹੋਏ 10 ਰੁਪਏ ਦਾ ਸਿੱਕਾ ਇਹ ਚਾਲੂ ਕੀਤਾ ਗਿਆ। ਇਹ 50 ਰੁਪਏ ਦਾ ਸਿੱਕਾ ਜੀ, ਇਹ 50 ਰੁਪਏ ਇੰਡੀਆ ਦੀ ਕਰੰਸੀ ਹੈ। 50 ਰੁਪਏ ਦਾ ਸਿੱਕਾ ਜੀ। ਇਹ 1 ਰੁਪਏ ਦਾ ਕੀਮਤੀ ਸਿੱਕਾ ਹੈ, ਜਿਹੜਾ ਕਿ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਤੋਂ ਪਹਿਲਾਂ ਜਿਹੜੀ ਹਿੰਦੁਸਤਾਨ ਦੇ ਵਿੱਚ ਆ ਕੇ ਤੇ ਉਹਨਾਂ ਨੇ ਆਪਣਾ ਕਾਰੋਬਾਰ ਚਲਾਇਆ ਸੀ, ਲਾਰਡ ਵਿਲੀਅਮ ਵੇਲੇ ਇਹ ਸਿੱਕਾ ਚਾਲੂ ਕੀਤਾ ਗਿਆ 1935 ਦੇ ਵਿੱਚ। ਜਿਸ ਪਾਸੇ ਇੱਕ ਪਾਸੇ 1 ਰੁਪੀਜ਼ ਲਿਖਿਆ ਹੈ, 1 ਰੁਪਇਆ ਉਰਦੂ ਦੇ ਵਿੱਚ ਲਿਖਿਆ ਹੈ। 1835 ਦਾ ਸਿੱਕਾ ਲਾਰਡ ਵਿਲੀਅਮ ਨੇ ਚਾਲੂ ਕੀਤਾ। ਇਹ ਹਿਟਲਰ, ਜਿਹੜਾ ਇੱਕ ਦੁਨੀਆ ਦਾ ਬਹੁਤ ਹੀ ਖੌਫਨਾਕ ਸ਼ਹਿਨਸ਼ਾਹ ਹੋਇਆ ਹੈ, ਉਸ ਹਿਟਲਰ ਨੇ ਜਰਮਨੀ ਦਾ 1935 ਦਾ ਸਿੱਕਾ ਹੈ, ਜਿਸ ਦੇ ਕਿ ਅੱਜ ਕੱਲ੍ਹ ਕਾਫੀ ਕੀਮਤ ਹੈ, ਤਕਰੀਬਨ 1 ਲੱਖ ਰੁਪਏ ਦਾ ਇਹ ਸਿੱਕਾ ਹੈ। ਇਹ ਕਰੰਸੀ ਜਿਹੜੀ ਹੈ 10 ਰੁਪਏ ਦਾ ਪੁਰਾਣਾ ਨੋਟ, ਜਿਹੜਾ ਕਿ 1947 ਤੋਂ ਲੈ ਕੇ 1957-58 ਤੱਕ 60 ਤੱਕ ਇਸ 10 ਰੁਪਏ ਦਾ ਪੁਰਾਣਾ ਨੋਟ ਚੱਲਦਾ ਸੀ। ਇਹ 100 ਰੁਪਏ ਦੀ ਕਰੰਸੀ ਹੈ ਜੀ, ਇੰਡੀਆ ਦੀ। ਇਹ ਆਪਣੇ 500 ਹਾਂਜੀ ਹਜ਼ਾਰ ਦੀ ਦੋ। ਇਹ ਸਿੱਕਾ 1000 ਰੁਪਏ ਦੀ ਕਰੰਸੀ ਹੈ ਇੰਡੀਆ ਦੀ, ਜਿਹੜੀ ਚਲਦੀ ਸੀ। ਇਹ 500 ਰੁਪਏ ਦਾ ਨੋਟ ਚੱਲਦਾ ਸੀ। ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜੀ, ਇਹਨਾਂ ਨੇ ਇਹ ਪੁਰਾਣੀ ਕਰੰਸੀ ਨੂੰ ਬੰਦ ਕਰਕੇ ਤੇ ਨਵੀਂ ਕਰੰਸੀ ਚਾਲੂ ਕੀਤੀ ਗਈ। ਇੱਕ 50,000 ਦਾ ਨੋਟ ਹੈ ਜੀ, ਯੂਗੋਸਲਾਵੀਆ ਦਾ। 50,000 ਦਿਨਾਰ ਯੂਗੋਸਲਾਵੀਆ ਹੈ, ਜਿਸ ਦੀ ਇੰਡੀਆ ਦੀ ਕਰੰਸੀ ਜਿਹੜੀ ਹੈ 20 ਲੱਖ ਰੁਪਏ ਹੈ। ਇਹ ਅੱਜ ਦੇ ਸਮੇਂ ਚੱਲ ਰਿਹਾ। ਅੱਜ ਦੇ ਸਮੇਂ 'ਚ ਇਹ ਸਿੱਕਾ ਕਰੰਸੀ ਬੰਦ ਹੋ ਚੁੱਕੀ ਹੈ। ਠੀਕ।
ਜਿਹੜੀ ਕਿ ਅਸੀਂ ਯਾਦਗਾਰੀ ਵਾਸਤੇ ਸੰਭਾਲ ਕੇ ਰੱਖੀ ਹੈ। ਇਹ ਹੋਰ ਹੈ ਕੰਬੋਡੀਆ ਦਾ ਉਹ ਦੂਸਰਾ। ਇਹ ਇੱਕ ਨੋਟ 5 ਕਰੋੜ ਰੁਪਏ ਦਾ ਹੈ, ਜਿਹੜਾ ਕਿ ਕਾਸਟਲੀ ਨੋਟ ਇਨ ਦਾ ਵਰਲਡ, ਜਿਸ ਦੀ ਕਿ ਹਿੰਦੁਸਤਾਨ ਦੀ ਕਰੰਸੀ ਦੇ ਮੁਤਾਬਕ ਇਸ ਦੀ ਕੀਮਤ 2 ਅਰਬ ਰੁਪਏ ਹੈ। 20 ਕਰੋੜ 200 ਕਰੋੜ ਰੁਪਏ ਦੀ ਕੀਮਤ ਹੈ। 5 ਕਰੋੜ ਦਾ ਇਹ ਨੋਟ ਹੈ, 5 ਦਿਨਾਰਾ। ਇਹ ਯੂਗੋਸਲਾਵੀਆ ਦਾ ਹੈ। ਇਹ 50 ਲੱਖ ਦਾ ਨੋਟ ਹੈ ਜੀ, ਜਿਹੜਾ ਕਿ ਇਹ ਵੀ ਦਿਨਾਰਾ ਹੈ ਅਤੇ ਇਹ ਵੀ 50 ਲੱਖ ਦੇ, ਜਿਸ ਦੀ ਇਸ ਦੀ ਕੀਮਤ ਹੈ 20 ਕਰੋੜ ਰੁਪਈਆ ਇਸ ਦੀ ਕੀਮਤ ਹੈ। ਇਹ ਚੱਲ ਰਿਹਾ ਅੱਜ? ਹਾਂਜੀ, ਇਹ ਕਰੰਸੀ ਜਿਹੜੀ ਇਹ ਬੰਦ ਹੋ ਚੁੱਕੀ ਹੈ। ਯਾਦਗਾਰੀ ਵਾਸਤੇ ਇਹ ਕਰੰਸੀ ਰੱਖੀ ਹੈ ਤਾਂ ਕਿ ਸਾਡੇ ਆਉਣ ਵਾਲੀ ਪਨੀਰੀ ਜਿਹੜੀ ਹੈ ਉਹ ਇਹਨਾਂ ਨੋਟਾਂ ਨੂੰ ਦੇਖ ਕੇ, ਇਹਨਾਂ ਪੁਰਾਣੇ ਸਿੱਕਿਆਂ ਨੂੰ ਦੇਖ ਕੇ ਆਪਣੀ ਜਾਣਕਾਰੀ ਪ੍ਰਾਪਤ ਕਰਨ। ਤੁਹਾਡੇ ਮੇਰੇ ਕੋਲ ਛਾਪਾ ਮਾਰ ਦਿਓ। ਚਲੋ, ਇਹ ਆ ਗਈ ਤੁਸੀਂ ਐਲਬਮ ਬਣਾ ਕੇ ਰੱਖੀ ਹੈ ਇਹ? ਹਾਂਜੀ, ਇਹ ਸਾਰੀ ਐਲਬਮ ਬਣਾ ਕੇ ਰੱਖੀ ਹੋਈ ਹੈ ਜੀ। इसकी रखो, इसकी फोल्ड करो, इस तरह हाँ इस तरह अगे रखो बस। ये उपर जड़ा ये 10 रुपये का 100 रुपये का ये किहड़ा नोट सी ਪੀਰੂ ਦਾ। ਇਹ ਪੀਰੂ ਕੰਟਰੀ ਦਾ 100 ਰੁਪਏ ਦਾ ਕਰੰਸੀ ਹੈ ਉੱਥੋਂ ਦੀ। ਇਹ ਮਿਆਂਮਾਰ ਦਾ ਨੋਟ ਹੈ ਜੀ। ਮਿਆਂਮਾਰ। ਇਹ ਅਮਰੀਕਾ ਦਾ $1। ਈਰਾਨ ਦੀ ਕਰੰਸੀ 2000 ਦਾ ਇੱਕ ਨੋਟ ਹੈ ਜੀ, ਈਰਾਨ ਦਾ। ਰਿਹਾਲ 2000 ਰਿਹਾਲ। ਜ਼ਿੰਬਾਬਵੇ ਦਾ। ਸੋਮਾਲੀਲੈਂਡ 1000 ਦਾ। ਇੰਡੋਨੇਸ਼ੀਆ 2000 ਦਾ ਨੋਟ। ਇੰਗਲੈਂਡ, ਮਲੇਸ਼ੀਆ, ਬਰੂੰਦੀ, ਕੰਬੋਡੀਆ ਦਾ 100 ਦਾ ਨੋਟ। ਯੂਗੋਸਲਾਵੀਆ ਦਾ, ਵੈਨਜ਼ੂਲਾ ਦਾ 5 ਦਾ ਨੋਟ ਹੈ ਜੀ। ਵੈਨਜ਼ੂਲਾ ਇੱਕ 500 ਦਾ ਨੋਟ ਹੈ ਜੀ। ਸਵੀਡਨ 20 ਰੁਪਏ। ਵੈਨਜ਼ੂਲਾ 5 ਰੁਪਏ ਦਾ ਨੋਟ। ਕੋਂਗੋ ਯੂਗੋਸਲਾਵੀਆ ਦਾ ਇੱਕ 5000 ਦਾ ਨੋਟ, ਜਿਸ ਦੀ ਕੀਮਤ 5 ਲੱਖ ਰੁਪਏ ਹੈ। ਬਰਮਾ ਦਾ। ਅਫਗਾਨਿਸਤਾਨ ਦਾ 500 ਦਾ ਨੋਟ। ਕੋਰੀਆ 1000 ਦਾ ਨੋਟ। ਅੰਗੋਲਾ 5 ਰੁਪਏ ਦਾ ਨੋਟ। ਵਿਟਨਾਮ, ਜਿਹੜੀ ਕਿ ਉੱਥੋਂ ਦੇ ਮੁਤਾਬਕ ਦੀ ਕਰੰਸੀ ਹੈ, 500 ਦਾ ਨੋਟ ਹੈ। ਅਫਗਾਨਿਸਤਾਨ ਦਾ 500 ਦਾ ਨੋਟ। ਪਾਕਿਸਤਾਨ ਦਾ 50 ਰੁਪਏ ਦਾ ਨੋਟ। ਸ਼੍ਰੀਲੰਕਾ ਦਾ 20 ਦਾ ਨੋਟ। ਪਾਕਿਸਤਾਨ ਦਾ 20 ਰੁਪਏ ਦਾ ਨੋਟ। ਵਿਟਨਾਮ 200 ਰੁਪਏ ਦਾ। ਫਿਲਪਾਈਨ 50 ਰੁਪਏ ਦਾ। ਤੁਰਕਸਤਾਨ 20 ਰੁਪਏ ਦਾ ਨੋਟ। ਅਮਾਨ 100 ਰੁਪਏ ਦੀ ਕਰੰਸੀ ਹੈ। ਇਮੀਰਾਤ 20 ਰੁਪਏ ਦਾ। ਭੂਟਾਨ 5 ਰੁਪਏ ਦਾ। ਅਫਗਾਨਿਸਤਾਨ 1000 ਰੁਪਏ ਦਾ। ਪਾਕਿਸਤਾਨ 100 ਰੁਪਏ ਦਾ ਨੋਟ। ਪਾਕਿਸਤਾਨ 50 ਰੁਪਏ ਦਾ ਨੋਟ। ਇਹ ਸਾਰੇ ਪਾਕਿਸਤਾਨੀ। ਹਾਂ, ਪਾਕਿਸਤਾਨ। ਨੇਪਾਲ 5 ਰੁਪਏ ਦਾ। ਫਿਰ ਨੇਪਾਲ ਦੇ ਨੋਟ ਹਨ। ਕੁਵੈਤ ਦਾ ਅੱਧਾ ਦਿਨਾਰ। ਦੁਨੀਆ ਦਾ ਸਭ ਤੋਂ ਕੀਮਤੀ ਦਿਨਾਰ ਜਿਹੜਾ ਹੈ
ਇਹ ਕੁਵੈਤ ਦਾ ਹੈ, ਜਿਹੜਾ ਕਿ ਇਸ ਵੇਲੇ ਤਕਰੀਬਨ ਇੰਡੀਆ ਦੇ ਮੁਤਾਬਕ 235 ਰੁਪਏ ਦਾ ਇੱਕ ਦਿਨਾਰ ਹੈ। ਇਹ ਚੱਲ ਰਹੇ ਨੇ ਇਸ ਟਾਈਮ ਤੱਕ? ਹਾਂ, ਇਹ ਚੱਲਦੇ ਸੀ। ਇਹ 10 ਰੁਪਏ ਪਾਕਿਸਤਾਨ ਦੇ। ਜੀ ਬਾਕੀ ਇੰਡੀਆ ਦੇ ਆ ਗਏ 10 ਰੁਪਏ। ਇੰਡੀਆ ਦੇ 10। ਇਹ 5 ਰੁਪਏ ਦਾ ਪੁਰਾਣਾ ਨੋਟ ਇੰਡੀਆ ਦਾ। ਬਸ ਹੋਰ ਕਿਹੜੀ ਕਰੰਸੀ ਹੈ? 2 ਇੰਡੀਆ ਦੇ। ਹਾਂ, ਇਹ ਸਾਰੇ ਇੰਡੀਆ ਦੇ ਨੋਟ ਹਨ ਜੀ। ਭਾਈ ਸਾਹਿਬ ਜੀ, ਬੜੀ ਖੁਸ਼ੀ ਹੋਈ ਕਿ ਹਰ ਇੱਕ ਆਦਮੀ ਦਾ ਆਪੋ ਆਪਣਾ ਸ਼ੌਂਕ ਹੈ। ਤੁਹਾਡਾ ਬੜਾ ਕਮਾਲ ਦਾ ਸ਼ੌਂਕ ਹੈ ਕਿ ਇਸ ਵਕਤ ਜਿਹੜੀ ਕਰੰਸੀ ਤੁਹਾਡੇ ਕੋਲ ਹੈ, ਇਹਦੇ 'ਚ ਕੋਈ ਮੈਨੂੰ ਲੱਗਦਾ ਨਹੀਂ ਕੋਈ ਆ 1-2 ਦੇ ਸਿੱਕੇ ਇੰਡੀਆ ਦੇ ਚੱਲ ਰਹੇ ਹੋਣ, ਬਾਕੀ ਚੱਲਣ ਵਾਲੀ ਕਰੰਸੀ ਕੋਈ ਨਹੀਂ। ਲੇਕਿਨ ਤੁਸੀਂ ਇੰਨੀ ਮਿਹਨਤ ਕਰਕੇ, ਔਰ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਇੱਕ ਨੋਟ 1 ਰੁਪਏ ਦਾ ਖਰੀਦਣ ਵਾਸਤੇ ਤੁਹਾਨੂੰ ਹਜ਼ਾਰਾਂ ਰੁਪਏ ਖਰਚਣੇ ਪੈਂਦੇ ਨੇ, ਤੋ ਬੜੀ ਮਿਹਨਤ ਕਰਕੇ ਤੁਸੀਂ ਇਹ ਜਿਹੜੇ ਸਾਰੀ ਇੱਕ ਯਾਦਗਾਰੀ ਤੁਸੀਂ ਕਰੰਸੀ ਜਿਹੜੀ ਹੈ ਇਕੱਠੀ ਕੀਤੀ ਹੈ। ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਨੂੰ ਸ਼ੌਂਕ ਸੀ, ਉਹਨਾਂ ਨੇ ਤੁਹਾਨੂੰ ਇੱਕ ਦਿੱਤਾ, ਤੁਹਾਡਾ ਸ਼ੌਂਕ ਵਧਿਆ, ਅੱਜ ਇੱਕਾਂ ਤੋਂ ਤੁਸੀਂ ਕਿੱਥੇ ਦੇ ਕਿੱਥੇ ਚਲੇ ਗਏ। ਕਿਆ ਇਸ ਤੋਂ ਬਾਅਦ ਤੁਹਾਡੇ ਪਰਿਵਾਰ, ਤੁਹਾਡੇ ਬੱਚਿਆਂ ਨੂੰ ਵੀ ਸ਼ੌਂਕ ਹੈਗਾ ਇਹਦਾ ਵੀ ਆਉਣ ਵਾਲੇ ਸਮੇਂ 'ਚ ਤੁਹਾਡੇ ਤੋਂ ਬਾਅਦ ਤੁਹਾਡੇ ਬੱਚੇ ਵੀ ਇਸ ਸ਼ੌਂਕ ਨੂੰ ਪਾਲਣਗੇ? ਜਦ ਤੁਹਾਨੂੰ ਲੱਗਦਾ ਤੁਹਾਡੇ ਪਰਿਵਾਰ ਵਾਲੇ ਵੀ ਇਹਦੇ ਵਿੱਚ ਸ਼ੌਂਕ ਰੱਖਦੇ ਨੇ? ਮੇਰੇ ਪਰਿਵਾਰ ਦੇ ਬੱਚੇ 2 ਬੇਟੇ ਹਨ। 2 ਹੀ ਬੇਟੇ ਫਾਰਨ ਦੇ ਵਿੱਚ ਹਨ, ਆਸਟ੍ਰੇਲੀਆ ਵਿੱਚ। ਉਹਨਾਂ ਦੇ ਵਿੱਚ ਇੱਕ ਬੇਟੇ ਨੂੰ ਸ਼ੌਂਕ ਹੈ। ਹੋ ਸਕਦਾ ਹੈ ਜਿਹੜੀ ਮੇਰੀ ਇਹ ਜਿਹੜੀ ਸਾਰੀ ਕਰੰਸੀ ਮਿਹਨਤ ਹੈ, ਜਿਹੜੀ ਬੜੀ ਮਿਹਨਤ ਕਰਕੇ ਮੈਂ ਸਾਰੀ ਕਰੰਸੀ ਇਕੱਠੀ ਕੀਤੀ ਹੈ, ਇਸ ਨੂੰ ਸੱਭਿਆਚਾਰ ਨੂੰ ਸਾਂਭਦੇ ਹੋਏ ਤੇ ਉਹ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨਗੇ। ਅੱਛਾ, ਤੁਹਾਡੇ ਮਨ 'ਚ ਕਦੇ ਨਹੀਂ ਆਇਆ ਵੀ ਕਿਤੇ ਇਤਿਹਾਸਕ ਕਿਸੇ ਦਿਨ 'ਤੇ ਇਹਦੀ ਪ੍ਰਦਰਸ਼ਨੀ ਲਾਈ ਜਾਏ, ਜਿਹੜੇ ਆਮ ਲੋਕਾਂ ਨੂੰ ਦੱਸਿਆ ਜਾਏ? ਕੋਈ ਇੱਦਾਂ ਦਾ ਤੁਹਾਡੇ ਮਨ 'ਚ ਕਦੇ ਨਹੀਂ ਬਣਿਆ? ਇੱਕ ਵਾਰੀ ਮੈਂ ਪ੍ਰਦਰਸ਼ਨੀ ਪੰਜਾਬ ਦੇ ਵਿੱਚ ਡਿਸਟ੍ਰਿਕਟ ਲੁਧਿਆਣਾ ਮੰਡੀ ਗੋਬਿੰਦਗੜ੍ਹ ਦੇ ਵਿੱਚ ਇਹਦੀ ਪ੍ਰਦਰਸ਼ਨੀ ਲਗਾਈ ਸੀ, ਜਿਹਦੇ ਵਿੱਚ ਸਾਰੀਆਂ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਕੱਲੇ ਸਿੱਕੇ ਨੂੰ ਜਾਂਚ ਪੜਤਾਲ ਕਰਕੇ ਦੇਖਿਆ। ਨੋਟ ਦੇਖ ਕੇ ਬੜਾ ਮੈਨੂੰ ਉਤਸ਼ਾਹ ਮਿਲਿਆ, ਹੌਸਲਾ ਮਿਲਿਆ, ਤਾਂ ਕਿ ਮੈਂ ਇਹ ਕਲੈਕਸ਼ਨ ਜਿਹੜੀ ਹੈ ਇਸ ਨੂੰ ਇਕੱਠਾ ਕਰਦਾ ਰਹਾਂ ਅਤੇ ਜਾਰੀ ਰੱਖਾਂ। ਅੱਗੇ ਤੋਂ ਵੀ ਮੈਂ ਕੋਸ਼ਿਸ਼ ਕਰ ਰਿਹਾ ਕਿਸੇ ਧਾਰਮਿਕ ਸਮਾਗਮ ਉੱਤੇ ਇਸ ਦਾ ਪ੍ਰਦਰਸ਼ਨ ਕਰਕੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਵੇ। ਬਿਲਕੁਲ, ਬੜਾ ਵਧੀਆ ਤੁਹਾਡਾ ਇਹ ਉਪਰਾਲਾ ਜਿਹੜਾ ਇੱਕ ਸਲਾਨਾਯੋਗ ਤੁਹਾਡਾ ਜਿਹੜਾ ਇਹ ਕਦਮ ਹੈ ਕਿ ਆਉਣ ਵਾਲੀ ਸਮੇਂ ਦੇ ਵਿੱਚ ਤੁਸੀਂ ਦੇਖੋ, ਅੱਜ ਅਸੀਂ ਗੱਲ ਕਰਦੇ ਹਾਂ ਜਾਂ ਬਾਣੀ 'ਚ ਸ਼ਬਦ ਆਉਂਦਾ ਹੈ ਕਬੀਰ ਕੋਡੀ ਜੋੜ ਕੇ, ਤੇ ਸਾਨੂੰ ਪਤਾ ਹੀ ਨਹੀਂ ਕੋਡੀ ਕੀ ਹੈ, ਪਰ ਜਦੋਂ ਅਸੀਂ ਆਹ ਦੇਖਦੇ ਹਾਂ, ਵੇਖਣ ਨੂੰ ਸਾਨੂੰ ਲੱਗਦਾ ਇੱਕ ਸਿੱਪੀ ਹੈ, ਪਰ ਵਾਸਤਵ ਦੇ ਵਿੱਚ ਇਹ ਕੋਡੀ ਹੈ। ਜਦੋਂ ਅਸੀਂ ਪੁਰਾਣਿਆਂ ਬਜ਼ੁਰਗਾਂ ਦੇ ਕੋਲੋਂ ਸੁਣਦੇ ਸੀ ਵੀ ਇੱਕ ਮੋਰੀ ਵਾਲਾ ਪੈਸਾ ਹੁੰਦਾ ਸੀ, ਉਹ ਅੱਜ ਪਤਾ ਲੱਗਦਾ ਵੀ ਸਾਡੇ ਤੇ ਨਜ਼ਰ 'ਚ ਬਾਸ਼ਲ ਹੈ, ਵੀ ਇਹ ਇੱਕ ਬਾਸ਼ਲ ਟਾਈਪ ਹੈ, ਪਰ ਇਹ ਮੋਰੀ ਵਾਲਾ ਪੈਸਾ ਹੈ। ਔਰ ਉਸ ਤੋਂ ਬਾਅਦ ਸਾਡੇ ਬਜ਼ੁਰਗ ਆਮ ਇੱਕ ਗੱਲ ਕਹਿੰਦੇ ਸੀ ਵੀ ਅਸੀਂ ਜਿਹੜੇ ਸੀ ਪੈਸਾ ਘੋੜਿਆਂ 'ਤੇ ਲੱਦ ਕੇ ਲੈ ਕੇ ਜਾਂਦੇ ਸੀ, ਤੇ ਸਾਡੇ ਵੀ ਮਨਾਂ 'ਚ ਹੁੰਦਾ ਸੀ ਵੀ ਘੋੜਿਆਂ 'ਚ ਲੱਦ ਕੇ ਕਿਸ ਤਰ੍ਹਾਂ ਲੈ ਜਾਂਦੇ। ਅੱਜ ਪਤਾ ਲੱਗਾ ਵੀ ਇਹ ਮੇਰੇ ਖਿਆਲ ਦੇ ਵਿੱਚ ਇੱਕ ਪਾ ਦੇ ਕਰੀਬ ਹੀ ਹੋਣਾ ਇਹਦਾ। ਠੀਕ ਹੈ ਜੀ। ਤੇ ਜੇ ਇੱਕ 4 ਇਹੋ ਜਿਹੇ ਠੇਲੇ ਹੀ ਹੋਣ ਤੇ ਕਿਲੋ ਬਣ ਗਿਆ। ਤੇ ਕੁਦਰਤੀ ਗੱਲ ਹੈ, ਇਹ ਕਰੰਸੀ ਸਾਰੀ ਘੋੜਿਆਂ 'ਚ ਜਾਣ ਵਾਲੀ ਸੀ, ਇਹ ਸਾਰਿਆਂ ਦੀ ਸਾਰੀ ਕਰੰਸੀ ਉਹ ਹੈ। ਔਰ ਇਸ ਤੋਂ ਬਾਅਦ ਜਿਹੜੇ ਬਾਅਦ ਦੇ ਵਿੱਚ ਨੋਟ ਆਏ, ਉਹਨਾਂ ਦਾ ਤੁਸੀਂ ਸਾਈਜ਼ ਦੇਖੋ ਵੀ 1 ਰੁਪਏ ਦਾ ਨੋਟ ਜਿਹੜਾ ਹੈ ਉਹਦਾ ਕਿੰਨਾ ਵੱਡਾ ਸਾਈਜ਼ ਹੈ। ਪਰ ਤੁਸੀਂ ਬਾਕਮਾਲ ਮਿਹਨਤ ਕੀਤੀ ਹੈ ਕਿ ਇਹ ਸਾਰੀ ਜਿਹੜੀ ਹੈ ਇੱਕ ਵਿਰਾਸਤ ਆਪਣੀ ਸਾਂਭ ਕੇ ਰੱਖੀ ਹੈ। ਸਤਿਗੁਰੂ ਜੀ ਅੱਗੇ ਅਰਦਾਸ ਹੈ ਆਪ ਜੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ। ਤੇ ਇਹ ਮੁਗਲ ਖਾਨਦਾਨ ਜਿਹੜੇ ਵੀ ਹੋਏ ਨਾ ਜੀ, ਅਕਬਰ ਬਾਦਸ਼ਾਹ, ਹਮਾਯੂੰ, ਜਹਾਂਗੀਰ ਬਾਦਸ਼ਾਹ, ਸ਼ਾਹਜਹਾਨ ਬਾਦਸ਼ਾਹ, ਔਰੰਗਜ਼ੇਬ ਬਾਦਸ਼ਾਹ, ਉਹਨਾਂ ਦੀਆਂ ਜਿਹੜੀਆਂ ਵੀ ਸਾਰੀਆਂ ਮੋਹਰਾਂ ਹਨ। ਅੱਛਾ, ਇਹ ਸਟੈਂਪ ਹਨ? ਇਹ ਸਟੈਂਪਰਸ। ਅੱਛਾ, ਇਹ ਸਟੈਂਪ ਹੈ। ਇਹ ਸ਼ੋਅ ਕਰੋ ਨਾ ਤੁਸੀਂ। ਹਾਂ, ਅੱਛਾ, ਇਹ ਸਟੈਂਪ ਹੈ। ਕੀ ਬਾਤ ਹੈ। ਇਹ ਜਿਹੜੀ ਮੋਹਰਾਂ ਸਨ ਜੀ, ਕੀ ਬਾਤ ਹੈ। ਅੱਛਾ, ਇਹ ਸਾਰੀਆਂ ਸਟੈਂਪ ਹਨ। ਅੱਛਾ ਭਾਈ ਸਾਹਿਬ, ਇਹਦੇ ਵਿੱਚ ਇੱਕ ਚੀਜ਼ ਸ਼ਾਇਦ ਰਹਿ ਗਈ, ਤੁਹਾਨੂੰ ਮਿਲੀ ਨਹੀਂ ਕਿਤੇ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਮੋਹਰ ਸੀ, ਜਿਹਦੇ 'ਤੇ ਲਿਖਿਆ ਸੀ ਦੇਗੋ ਤੇਗੋ ਫਤਿਹ ਨੁਸਤ ਬੇਦਰੰਗ ਯਾਫਤ ਅੱਜ ਨਾਰੰਗ ਗੁਰੂ ਗੋਬਿੰਦ ਸਿੰਘ। ਇੱਕ ਉਹ ਮੋਹਰ ਕਿਤੇ ਨਹੀਂ ਮਿਲੀ, ਉਹਦੀ ਇੱਕ ਖੋਜ ਕਰੋ ਤੁਸੀਂ ਕਿ ਉਹ ਇੱਕ ਮੋਹਰ ਜਿਹੜੀ ਹੈ ਸਟੈਂਪ, ਇੱਕ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਇਹ ਅਸੀਂ ਦੇਖਿਆ, ਪਰ ਉਸ ਸਿੱਕੇ 'ਤੇ ਲਿਖਿਆ ਹੋਇਆ ਸੀ ਸਿੱਕਾ ਯਾਦਬਰ ਹਰ ਦੋ ਆਲਮ ਤੇਜ਼ ਨਾਨਕ ਵਾਹਿਦ ਆਸ਼ਤ ਫਤਿਹ ਸ਼ਾਹੇ ਸ਼ਾਹਾਨ ਗੋਬਿੰਦ ਸਿੰਘ ਫਜ਼ਲ ਸੱਚਾ ਨਿਸ਼ਾਨ ਅਸਤ। ਇਹ ਉਹੀ ਹੈ ਸਿੱਕਾ? ਕਮਾਲ, ਇਹ ਸਿੱਕਾ ਜਿਹੜਾ ਸੀ, ਅੱਛਾ ਇਹ ਸਿੱਕਾ ਬਿਲਕੁਲ ਜੀ ਜਿਹਦੇ 'ਤੇ ਸਿੱਕਾ, ਅੱਛਾ ਇਹ ਬਾਦਸ਼ਾਹ ਉਹਦੇ 'ਤੇ ਵਿੱਚ ਹੈ। ਠੀਕ। ਹਾਂ, ਕੀ ਬਾਤ ਹੈ ਜੀ। ਸਿੱਕਾ ਮਾਰਿਆ ਦੋ ਜਹਾਨ ਉੱਤੇ
ਬਖਸ਼ਿਸ਼ਾਂ ਬਖਸ਼ੀਆਂ ਨਾਨਕ ਦੀ ਤੇਗ ਨੇ ਜੀ, ਫਤਿਹ ਸ਼ਾਹ ਸ਼ਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ। ਜਾਰੀ ਹੋਇਆ ਸੰਸਾਰ ਦੀ ਸ਼ਾਂਤੀ ਸਥਾਨ। ਅੱਛਾ, ਇਹ ਬਾਅਦ ਵਿੱਚ ਜਾਰੀ ਕੀਤਾ ਗਿਆ ਜਿਹੜਾ ਸਿੱਕਾ ਹੈ, ਇਹ ਦਿੱਲੀ ਕਮੇਟੀ ਵੱਲੋਂ ਸਿੱਕਾ ਜਿਹੜਾ ਜਾਰੀ ਕੀਤਾ ਗਿਆ। ਸੋ ਭਾਈ ਸਾਹਿਬ ਜੀ, ਤੁਸੀਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਨੇ ਸਿੱਕੇ, ਔਰ ਅਸੀਂ ਵੀ ਕੋਸ਼ਿਸ਼ ਇਸ ਚੈਨਲ ਦੇ ਮਾਧਿਅਮ ਦੇ ਦੁਆਰਾ ਵੱਧ ਤੋਂ ਵੱਧ ਤੁਹਾਡੀ ਇਸ ਮਿਹਨਤ ਨੂੰ ਜਿਹੜਾ ਸਲਾਹਿਆ ਜਾਏ, ਔਰ ਨਾਲ ਹੀ ਨਾਲ ਕੋਸ਼ਿਸ਼ ਕੀਤੀ ਜਾਏ ਬਈ ਜਦੋਂ ਕਿਤੇ ਵੀ ਕੋਈ ਵੱਡੇ ਇਤਿਹਾਸਕ ਇਕੱਠ ਹੁੰਦੇ ਨੇ, ਉਹਦੇ ਵਿੱਚ ਆਪ ਜੀ ਦੀ ਜਿਹੜੀ ਪਿਛਲੇ 50 ਸਾਲ ਤੋਂ ਉਹ ਆਪ ਜੀ ਦੇ ਪਰਿਵਾਰ ਦੀ ਮਿਹਨਤ ਹੈ, ਇਹਨੂੰ ਸਤਿਕਾਰਿਆ ਜਾਏ ਕਿ ਘੱਟੋ ਘੱਟ ਇੱਕ ਬਹੁਤ ਵੱਡਾ ਕਾਰਜ ਹੈ। ਤੁਸੀਂ ਦੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਦੇ ਨਾਨਕਸ਼ਾਹੀ ਸਿੱਕੇ ਸਾਹਮਣੇ ਨੇ, ਤੁਸੀਂ ਗੁਰੂ ਸਾਹਿਬ ਦੇ ਟਾਈਮ ਦੀਆਂ ਮੋਹਰਾਂ ਸਾਂਭੀਆਂ, ਸਿੱਖ ਇਤਿਹਾਸ ਦੇ, ਸਿੱਖ ਰਾਜ ਦੇ ਵੇਲੇ ਦੇ ਤੁਸੀਂ ਸਿੱਕੇ ਸਾਂਭੇ ਹੋਏ ਨੇ। ਸੋ ਵਿਰਾਸਤ ਸਾਂਭੀ ਜਿਹੜੀ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਔਰ ਸਤਿਗੁਰੂ ਜੀ ਆਪ ਜੀ ਦੇ ਔਰ ਆਪ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ। ਸੋ ਸਤ ਸੰਗਤ, ਜਿੱਥੇ ਅਸੀਂ ਸਮੇਂ ਸਮੇਂ ਅਨੁਸਾਰ ਕਿਸੇ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਾਉਂਦੇ ਹਾਂ, ਬੜੀ ਖੁਸ਼ੀ ਹੋਈ ਕਿ ਅੱਜ ਕਈ ਵਾਰ ਕਈ ਵਾਰ ਸਾਡੀ ਪਹੁੰਚ ਜਿਹੜੀ ਹੈ ਉੱਥੇ ਤੱਕ ਨਹੀਂ ਹੁੰਦੀ, ਪਰ ਸਾਡੇ ਕੋਲ ਹੀ ਕਈ ਵਾਰ ਬਹੁਤ ਵੱਡੀਆਂ ਜਿਹੜੀਆਂ ਨੇ ਹਸਤੀਆਂ ਹੁੰਦੀਆਂ ਨੇ। ਸਰਦਾਰ ਹਰਭਜਨ ਸਿੰਘ ਜੀ, ਜਿਨ੍ਹਾਂ ਨੇ ਸੱਚਮੁੱਚ ਬੜੀ ਵਾਰ ਆਉਂਦਿਆਂ ਜਾਂਦਿਆਂ ਨਾਲ ਮਿਲਾਪ ਹੁੰਦਾ ਸੀ, ਪਰ ਕਦੇ ਇਹ ਨਹੀਂ ਸੀ ਪਤਾ ਕਿ ਕਿਆ ਕਮਾਲ ਹੈ, ਇੰਨਾ ਕੀਮਤੀ ਸਰਮਾਇਆ ਇਹਨਾਂ ਨੇ ਸਾਂਭ ਕੇ ਰੱਖਿਆ ਹੈ। ਆਮ ਲੋਕਾਂ ਦੇ ਸਾਹਮਣੇ ਲਿਆਉਣ ਵਾਸਤੇ ਇਹ ਸਰਮਾਇਆ ਅਸੀਂ ਲੈ ਕੇ ਆਏ ਹਾਂ, ਔਰ ਬੜੀ ਛੇਤੀ ਕੋਸ਼ਿਸ਼ ਕਰਾਂਗੇ ਕਿਸੇ ਵੱਡੇ ਇਤਿਹਾਸਿਕ ਇਕੱਠ ਦੇ ਵਿੱਚ ਆਮ ਸੰਗਤ ਨੂੰ ਵੀ ਜਿਹੜੇ ਇਹਨਾਂ ਸਿੱਕਿਆਂ ਦੇ ਜਿਹੜੇ ਨੇ ਦਰਸ਼ਨ ਕਰਾਏ ਜਾਣ ਜੀ। ਸੋ ਇਸ ਤੋਂ ਬਾਅਦ ਆਪ ਜੀ ਨੂੰ ਇਹ ਪੂਰੇ ਸਿੱਕਿਆਂ ਦੇ ਜਿਹੜੇ ਨੇ ਦਰਸ਼ਨ ਭਾਈ ਸਾਹਿਬ ਜੀ ਜਿਹੜੇ ਨੇ ਉਹ ਸਾਰੇ ਸਿੱਕੇ ਇਹਨਾਂ ਨੂੰ ਦੱਸ ਦਿਓ। ਜਿਹੜੇ ਇਤਿਹਾਸਿਕ ਸਿੱਕਿਆਂ ਦੇ ਦਰਸ਼ਨ ਕਰਾਓ, ਨਾਲ ਨਾਲ ਆਮ ਜਿਹੜਾ ਪੈਸਾ ਉਹ ਵੀ ਤੁਸੀਂ ਇਹਨਾਂ ਨੂੰ ਦੱਸ ਦਿਓ, ਤਾਂ ਕਿ ਇਹ ਸਾਡੀ ਆਉਣ ਵਾਲੀ ਜਿਹੜੀ ਨਸਲ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਬਜ਼ੁਰਗ ਜਿਹੜੇ ਨੇ, ਅੱਜ ਸਾਡੇ ਕੋਲ ਡਾਲਰ ਨੋਟ, ਉਹਨਾਂ ਸਮਿਆਂ ਦੇ ਵਿੱਚ ਕਿਹੜੀ ਸਾਡੇ ਕੋਲ ਕਰੰਸੀ ਹੁੰਦੀ ਸੀ। ਸੋ ਸਤ ਸੰਗਤ, ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੋ ਆਪ ਜੀ ਲੜੀਵਾਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਸੀ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ